अस्सलाम वालेकुम। पाकिस्तान ਦੇ ਵਿੱਚ ਇੰਝ ਲੱਗਦਾ ਹੈ ਕਿ ਬੰਦੇ ਨਹੀਂ ਡਰੈਗਨ ਬਣ ਗਏ ਨੇ ਔਰ ਮੂੰਹ ਦੇ ਵਿੱਚੋਂ ਅੱਗ ਕੱਢਦੇ ਨੇ। ਚੰਗੀਆਂ ਗੱਲਾਂ, ਇਲਮ ਫਜ਼ਲ ਦੀਆਂ ਗੱਲਾਂ ਔਰ ਉਹ ਗੱਲਾਂ ਜਿਹਦੇ ਨਾਲ ਸਮਾਜ ਦੇ ਵਿੱਚ ਸੁਧਾਰ ਆ ਸਕਦਾ ਹੈ, ਅਸੀਂ ਉਹਦੇ ਤੋਂ ਦੂਰ ਹੋ ਗਏ। ਸਾਡਾ ਸਾਰਾ ਫੋਕਸ ਜਿਹੜਾ ਹੈ ਉਹ ਸਿਆਸਤ 'ਤੇ ਚਲਾ ਗਿਆ ਔਰ ਸਿਆਸਤ ਦੇ ਵਿੱਚ ਵੀ ਕੋਈ ਅਕੈਡਮਿਕ ਡਿਬੇਟ ਨਹੀਂ, ਸਿਆਸਤ ਦੇ ਵਿੱਚ ਇਲਜ਼ਾਮ ਤਰਾਸ਼ੀ। ਸੋ ਅੱਜ ਮੈਂ ਗੱਲ ਅਗਰ ਕਰਾਂ ਤਾਂ ਇੱਕ ਮਾਮਲਾ ਹੈ ਆਮ ਜ਼ਿੰਦਗੀ ਦੇ ਵਿੱਚ। ਡਿਜੀਟਲ ਟੈਕਨੋਲੋਜੀ ਆਉਣ ਦੇ ਨਾਲ ਕਈ ਤਰ੍ਹਾਂ ਦੇ ਕਾਰੋਬਾਰ ਚੱਲੇ ਨੇ ਅਤੇ ਮੈਂ ਚੂੰਕਿ ਕਿਤਾਬਾਂ ਪੜ੍ਹਨਾ ਵਾਂ, ਕਿਤਾਬਾਂ ਲਿਖਣਾ ਵਾਂ, ਕਿਤਾਬਾਂ ਦੇ ਨਾਲ ਤਾਲੁਕ ਹੈ ਅਤੇ ਇਸ ਹਵਾਲੇ ਨਾਲ ਕੁਝ ਐਸੇ ਆਨਲਾਈਨ ਕਿਤਾਬਾਂ ਵੇਚਣ ਵਾਲੇ ਲੋਕ ਨੇ ਜਿਨ੍ਹਾਂ ਨਾਲ ਮੇਰਾ ਰਾਬਤਾ ਹੈ। ਇੱਕ ਦੋ ਲੋਕ ਨੇ ਜਿਨ੍ਹਾਂ ਕੋਲ ਮੁਸਤਕਲ ਮੈਂ ਕਿਤਾਬਾਂ ਖਰੀਦਣਾ ਵਾਂ, ਮਹੀਨੇ ਦੇ ਵਿੱਚ ਉਹਨਾਂ ਸਭ ਦੇ ਕੋਲੋਂ ਇੱਕ ਇੱਕ ਦੋ ਦੋ ਕਿਤਾਬ ਮੈਂ ਜ਼ਰੂਰ ਲੈ ਲੈਣਾ। ਲੇਕਿਨ ਇੱਕ ਇਤਫਾਕ ਮੈਨੂੰ ਪਿਛਲੇ ਦਿਨ ਐਸਾ ਹੋਇਆ ਕਿ ਮੇਰਾ ਦਿਲ ਕੀਤਾ ਹੈ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਕਿ ਇਹੋ ਜਿਹੇ ਲੋਕ ਜਿਹੜੇ ਨੇ ਉਹਨਾਂ ਨੂੰ ਵੀ ਆਈਡੈਂਟੀਫਾਈ ਕਰੋ ਔਰ ਜਿਹੜੇ ਮੁਸਤਹਿਕ ਨੇ ਉਹਨਾਂ ਦੀ ਮਦਦ ਕਰੋ ਔਰ ਜਿਹੜੇ ਲੋਕ ਚੀਟ ਕਰ ਰਹੇ ਨੇ ਡਿਜੀਟਲ ਟੈਕਨੋਲੋਜੀ ਦੇ ਜ਼ਰੀਏ ਤੁਹਾਨੂੰ, ਉਹਨਾਂ ਦੇ ਖਿਲਾਫ ਕੁਝ ਰਾਏ ਵੀ ਹਮਵਾਰ ਕਰੋ। ਹੋਇਆ ਹੈ ਕਿ ਮੇਰੇ ਇੱਕ ਮਿਲਣ ਵਾਲੇ ਨੇ ਅਰੂਜ ਆਸਮ ਸਾਹਿਬ, ਉਹਨਾਂ ਨੇ ਪਿਛਲੇ ਸਾਲ ਮੈਨੂੰ ਇੱਕ ਆਨਲਾਈਨ ਗਰੁੱਪ ਦੇ ਵਿੱਚ ਐਡ ਕੀਤਾ ਔਰ ਫਿਰ ਉਹਨਾਂ ਨੇ ਹਫ਼ਤੇ 10 ਦਿਨ ਬਾਅਦ ਜਿਹੜੀਆਂ ਉਹਨਾਂ ਕੋਲ ਕਿਤਾਬਾਂ ਆਉਂਦੀਆਂ ਸਨ, ਪੁਰਾਣੀਆਂ ਕਿਤਾਬਾਂ ਦਾ ਅਸਲ 'ਚ ਉਹ ਕੰਮ ਕਰਦੇ ਨੇ ਅਤੇ ਉਹ ਕਿਤਾਬਾਂ ਉਹਨਾਂ ਨੇ ਉਸ ਗਰੁੱਪ ਦੇ ਵਿੱਚ ਵਟਸਐਪ ਦੇ ਵਿੱਚ ਸ਼ੇਅਰ ਕਰਨੀਆਂ ਸ਼ੁਰੂ ਕੀਤੀ। ਅਰੂਜ ਆਸਮ ਨੇ ਅਰੂਜ ਆਨਲਾਈਨ ਦੇ ਨਾਂ 'ਤੇ ਫੇਸਬੁੱਕ ਦੇ ਉੱਤੇ ਵੀ ਅਕਾਊਂਟ ਬਣਾਇਆ ਔਰ ਉਸ ਅਕਾਊਂਟ ਦੇ ਉੱਤੇ ਵੀ ਉਹ ਆਪਣੀਆਂ ਕਿਤਾਬਾਂ ਲਾਉਂਦੇ ਨੇ। ਅਰੂਜ ਸਾਹਿਬ ਥੋੜ੍ਹਾ ਜਿਹਾ ਅਲੀਲ ਨੇ, ਉਹ ਘਰੋਂ ਬਾਹਰ ਜਾ ਕੇ ਕੰਮ ਨਹੀਂ ਕਰ ਸਕਦੇ ਅਤੇ ਇਸ ਵਾਸਤੇ ਮੈਨੂੰ ਲੱਗਾ ਕਿ ਉਹ ਜ਼ਿਆਦਾ ਮੁਸਤਹਿਕ ਨੇ ਕਿ ਉਹਨਾਂ ਦੇ ਨਾਲ ਕੰਮ ਕੀਤਾ ਜਾਵੇ, ਉਹਨਾਂ ਕੋਲੋਂ ਕਿਤਾਬਾਂ ਖਰੀਦੀਆਂ ਜਾਣ। ਇਹ ਸਿਲਸਿਲਾ ਬੜਾ ਅੱਛਾ ਰਿਹਾ। ਜਦੋਂ ਵੀ ਮੈਨੂੰ ਜ਼ਰੂਰਤ ਪਈ ਮੈਂ ਉਹਨਾਂ ਨੂੰ ਕਿਤਾਬਾਂ ਦਾ ਕਿਹਾ, ਉਹਨਾਂ ਨੂੰ ਪੇਮੈਂਟ ਕੀਤੀ ਔਰ ਕਿਤਾਬ ਦੂਸਰੇ ਨਹੀਂ ਤਾਂ ਤੀਸਰੇ ਦਿਨ ਮੇਰੇ ਕੋਲ ਪਹੁੰਚ ਗਈ। ਹੋਇਆ ਹੈ ਕਿ ਪਿਛਲੇ ਦਿਨਾਂ 'ਚ ਇੱਕ ਹੋਰ ਸਾਹਿਬ ਜਿਹੜੇ ਨੇ ਉਹਨਾਂ ਨੇ ਕੁਝ ਮੇਰੀ ਦਿਲਚਸਪੀ ਵਾਲੀਆਂ ਕਿਤਾਬਾਂ ਫੇਸਬੁੱਕ ਅਕਾਊਂਟ ਦੇ ਉੱਤੇ ਸ਼ੇਅਰ ਕੀਤੀਆਂ ਆਪਣੇ ਦੇ। ਮੈਂ ਉਹਨਾਂ ਨੂੰ 3 ਕਿਤਾਬਾਂ ਦਾ ਆਰਡਰ ਦਿੱਤਾ ਅਤੇ 15 ਦਿਨ ਬਾਅਦ ਮੈਨੂੰ 2 ਕਿਤਾਬਾਂ ਮਿਲੀਆਂ। ਹੁਣ ਇੱਕ ਕਿਤਾਬ ਮੈਨੂੰ ਨਹੀਂ ਮਿਲੀ। ਇਹ ਉਹ ਕਿਤਾਬ ਹੈ ਜਿਹਦੀ ਮੈਂ ਪੇਮੈਂਟ ਉਹਨਾਂ ਨੂੰ ਕਰ ਚੁੱਕਿਆ ਔਰ ਉਹਨਾਂ ਨੇ ਉਸ ਤੋਂ ਬਾਅਦ ਵੀ ਕਦੀ ਫੋਨ ਨਹੀਂ ਚੁੱਕਦੇ ਔਰ ਕਦੀ ਕਹਿੰਦੇ ਜੀ ਮੈਂ ਬਿਮਾਰ ਹਾਂ, ਮੇਰੇ ਨਾਲ ਇਸ ਤਰ੍ਹਾਂ ਹੋ ਗਿਆ, ਇਸ ਤਰ੍ਹਾਂ ਹੋ ਗਿਆ ਅਤੇ ਮੈਂ ਤੁਹਾਨੂੰ ਕਿਤਾਬ ਪੜ੍ਹ। ਮੈਂ ਉਹਨਾਂ ਦਾ ਨਾਂ ਸਰਦਸਤ ਨਹੀਂ ਲੈ ਰਿਹਾ, ਇੱਕ ਹੁਸਨ ਜ਼ਨ ਮੈਂ ਉਹਨਾਂ ਬਾਰੇ ਰੱਖ ਰਿਹਾ ਹਾਂ ਕਿ ਸ਼ਾਇਦ ਵਾਕਈ ਉਹਨਾਂ ਦੀ ਕੋਈ ਮਜਬੂਰੀ ਹੋਵੇ। ਲੇਕਿਨ ਮੈਂ ਇਹ ਸਮਝਿਆ ਜ਼ਰੂਰ ਕਿ ਉਹ ਐਸੇ ਨਹੀਂ ਹੈਗੇ ਕਿ ਉਹਨਾਂ ਦੇ ਨਾਲ ਕਾਰੋਬਾਰ ਜਾਰੀ ਰੱਖਿਆ ਜਾਵੇ ਜਾਂ ਉਹਨਾਂ ਕੋਲੋਂ ਤੁਸੀਂ ਕਿਤਾਬ ਖਰੀਦੋ। ਉਹ ਥੋੜ੍ਹਾ ਜਿਹਾ ਆਪਣੇ ਕਾਰੋਬਾਰ ਦੇ ਸੁਸਤੀ ਵੀ ਕਰ ਰਹੇ ਨੇ ਔਰ ਕਾਰੋਬਾਰੀ ਜਿਹੜੀ ਅਖਲਾਕੀਆਤ ਹੈ ਉਹਦੇ ਵੀ ਮੁਨਾਫੀ ਉਹਨਾਂ ਦਾ ਤਰਜ਼ ਅਮਲ ਹੈਗਾ। ਹੁਣ ਦੂਸਰੇ ਪਾਸੇ ਆ ਗਏ ਅਰੂਜ ਸਾਹਿਬ। ਅਰੂਜ ਸਾਹਿਬ ਨਾਲ ਮੈਂ ਫੋਨ ਦੇ ਉੱਤੇ ਗੱਲ ਕੀਤੀ ਔਰ ਇਸ ਬਾਬਤ ਕਿ ਇੱਕ ਬੰਦਾ ਉਹਨੇ ਇੰਝ ਕੀਤਾ ਅਤੇ ਉਹਨਾਂ ਨੇ ਕਿਹਾ ਜੀ ਕਿ ਮੈਂ ਜਲਦ ਕਿਤਾਬਾਂ ਦਾ ਕਾਰੋਬਾਰ ਖ਼ਤਮ ਕਰ ਰਿਹਾ ਹਾਂ। ਮੈਂ ਕਿਹਾ ਵਜ੍ਹਾ? ਉਹਨਾਂ ਕਿਹਾ ਜੀ ਕੁਝ ਲੋਕ ਸਮਝਦੇ ਨੇ ਕਿ ਮੇਰਾ ਕੰਮ ਟੁਰ ਪਿਆ ਹੈ ਔਰ ਟੁਰਨ ਦੇ ਨਾਲ ਮੇਰੇ ਜਿਹੜੇ ਆਨਲਾਈਨ ਅਕਾਊਂਟ ਹੈਗੇ ਨੇ ਉਹਨਾਂ ਨੂੰ ਬਾਰ-ਬਾਰ ਉਹ ਰਿਪੋਰਟ ਕਰਦੇ ਨੇ ਔਰ ਰਿਪੋਰਟ ਕਰਨ ਦੀ ਬਿਨਾਂ 'ਤੇ ਮੈਨੂੰ ਉਹ ਅਕਾਊਂਟ ਬੰਦ ਕਰਨੇ ਪੈਂਦੇ ਨੇ ਜਾਂ ਮੈਂ ਉਹਨਾਂ ਨਾਲ ਕੰਮ ਅੱਗੇ ਨਹੀਂ ਕਰ ਪਾ ਰਿਹਾ ਅਤੇ ਇਹ ਸੂਰਤ ਹਾਲ ਜਿਹੜੀ ਮੇਰੇ ਵਾਸਤੇ ਬੜੀ ਮੁਸ਼ਕਿਲ ਬਣ ਰਹੀ। ਮੇਰੇ ਕੋਲ ਇੰਨੀ ਐਨਰਜੀ ਨਹੀਂ ਹੈਗੀ ਕਿ ਰੋਜ਼ਾਨਾ ਦੀ ਬੁਨਿਆਦ 'ਤੇ ਆਪਣੇ ਅਕਾਊਂਟ ਜਿਹੜੇ ਰਿਪੋਰਟ ਹੋ ਰਹੇ ਨੇ ਉਹਨਾਂ ਨੂੰ ਨਵਾਂ ਬਣਾਵਾਂ ਜਾਂ ਫਿਰ ਉਹਨਾਂ ਦੀ ਬਹਾਲੀ ਵਾਸਤੇ ਕੁਝ ਕਰਾਂ ਅਤੇ ਤੰਗ ਆ ਕੇ ਮੈਂ ਇਹ ਕਾਰੋਬਾਰ ਹੀ ਛੱਡਣ ਲੱਗਾ। ਸੋ ਇਹ ਗੱਲਾਂ ਇਹਦੇ 'ਚ ਸਮਝਣ ਵਾਲੀਆਂ ਇਹ ਨੇ ਕਿ ਅਸੀਂ ਐਸੇ ਮਾਸ਼ਰੇ ਵਿੱਚ ਜ਼ਿੰਦਾ ਹੈਗੇ ਜਿੱਥੇ ਪਹਿਲੇ ਹੀ ਪੋਜ਼ੀਟਿਵ ਜਿਹੜੀਆਂ ਚੀਜ਼ਾਂ ਨੇ ਉਹ ਬੜੀਆਂ ਥੋੜ੍ਹੀਆਂ ਹੋ ਰਹੀਆਂ ਨੇ ਸਾਡੇ ਇਰਦ ਗਿਰਦ। ਜਿਵੇਂ ਮੈਂ ਸ਼ੁਰੂ 'ਚ ਕਿਹਾ ਕਿ ਤੁਹਾਨੂੰ ਆਪਣੇ ਇਰਦ ਗਿਰਦ ਆਪਣੇ ਲਾਗੇ ਐਸੇ ਲੋਕ ਨਜ਼ਰ ਆਉਣਗੇ ਜਿਹੜੇ ਜ਼ੁਬਾਨ ਖੋਲ੍ਹਦੇ ਨੇ ਅਤੇ ਉਹਦੇ ਵਿੱਚੋਂ ਹਵਾੜ ਹੀ ਆਉਂਦੀ ਅਤੇ ਉਹਦੇ ਵਿੱਚ ਐਸੀਆਂ ਗੱਲਾਂ ਔਰ ਐਸਾ ਲਹਿਜਾ ਸਾਨੂੰ ਨਜ਼ਰ ਆਉਂਦਾ ਕਿ ਅਸੀਂ ਸੋਚਦੇ ਹਾਂ ਕਿ ਅੱਲਾ ਤੇਰੀ ਦੁਨੀਆ ਕਿਸ ਪਾਸੇ ਟੁਰ ਪਈ ਹੈ। ਅਤੇ ਮੁਹੱਬਤ ਵਾਲੇ ਲੋਕ, ਇਲਮ ਫਜ਼ਲ ਵਾਲੇ ਲੋਕ ਔਰ ਮਾਸ਼ਰੇ ਨੂੰ ਸੁਧਾਰਨ ਦੀ ਖਾਹਿਸ਼ ਰੱਖਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੀ ਤਾਦਾਦ ਘਟਦੀ ਜਾ ਰਹੀ ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੀ ਲਿਖਤਾਂ ਦੇ ਜ਼ਰੀਏ, ਆਪਣੀ ਗੁਫ਼ਤਗੂ ਦੇ ਜ਼ਰੀਏ ਐਸੇ ਲੋਕਾਂ ਨੂੰ ਜੋੜੀਏ ਜਾਂ ਉਹਨਾਂ ਨੂੰ ਲੱਭੀਏ। ਅਤੇ ਡਿਜੀਟਲ ਮੀਡੀਆ ਦਾ ਜਿਹੜਾ ਇਸਤੇਮਾਲ ਹੈ ਅਸਲ ਦੇ ਵਿੱਚ ਉਹ ਇਸੇ ਹੀ ਮਕਸਦ ਵਾਸਤੇ ਹੋਣਾ ਚਾਹੀਦਾ। ਸੋਸ਼ਲ ਮੀਡੀਆ ਔਰ ਸੋਸ਼ਲ ਮੀਡੀਆ ਦੇ ਜ਼ਰੀਏ ਤੁਸੀਂ ਜਦੋਂ ਅਪਰੋਚ ਕਰਦੇ ਜੇ ਮੁਖਤਲਿਫ ਲੋਕਾਂ ਤੱਕ ਅਤੇ ਤੁਹਾਨੂੰ ਉਹ ਲੋਕ ਲੱਭਣੇ ਚਾਹੀਦੇ ਨੇ ਜਾਂ ਉਹ ਲੋਕਾਂ ਨੂੰ ਆਪਣੇ ਦੋਸਤਾਂ ਦੀ ਫਹਿਰਿਸਤ ਦੇ ਵਿੱਚ ਰੱਖਣਾ ਚਾਹੀਦਾ ਹੈ
ਜਿਨ੍ਹਾਂ ਨਾਲ ਮਾਸ਼ਰਾ ਜਿਹੜਾ ਹੈ ਉਹ ਅੱਗੇ ਵਧੇ, ਮਾਸ਼ਰਾ ਪਰਵਿਸ਼ ਪਾਏ ਔਰ ਤਵਾਨਾ ਹੋਵੇ। ਨਾ ਕਿ ਐਸੇ ਲੋਕ ਇਕੱਠੇ ਹੋਣ ਜਿਹੜੇ ਮਾਸ਼ਰੇ ਨੂੰ ਕਮਜ਼ੋਰ ਕਰਨ, ਮਾਸ਼ਰੇ ਦੇ ਵਿੱਚ ਇੰਤਸ਼ਾਰ ਪੈਦਾ ਕਰਨ ਔਰ ਪ੍ਰੋਪੇਗੈਂਡਾ ਔਰ ਅਨਾਰਕੀ ਦਾ ਬਾਇਸ ਬਣਨ। ਅਤੇ ਇਹ ਮੇਰਾ ਇੱਕ ਪੈਗਾਮ ਸੀ। 2-3 ਦਿਨ ਤੋਂ ਮੈਂ ਵੀਡੀਓ ਨਹੀਂ ਕੀਤੀ ਅਤੇ ਅੱਜ ਮੇਰਾ ਇਹ ਖਿਆਲ ਸੀ ਕਿ ਇਹ ਵੀਡੀਓ ਕਰਾਂ। ਔਰ ਇਹ ਮੈਂ ਵੀਡੀਓ ਆਪਣੀ ਬੇਟੀ ਦੀ ਖਾਹਿਸ਼ 'ਤੇ ਕਰ ਰਿਹਾ ਹਾਂ। ਅਤੇ ਤੁਸੀਂ ਸਾਰੇ ਜੀਂਦੇ ਰਹੋ, ਖੁਸ਼ ਰਹੋ।